नौवीं जमात के बहुत ही प्यारे प्यारे विद्यार्थियों, मैं शिव कुमार पंजाबी अध्यापक अज तुहाडी पंजाबी की जमात में हाज़र हाँ। सो प्यारे बच्चों, अज असीं पंजाबी की क्लास में पंजाबी के सिरमौर शायर सुरजीत पात्र जी की कविता कच दा गिलास पढ़ांगे। प्यारे बच्चों, कविता पढ़न तो पहला आओ असीं इस शायर बारे एक निक्की जी जानकारी हासिल करिए। सो सुरजीत पात्र जी सचमुच ही सुरजीत हैं अते अपने कमां करके अपनियां लेखणियां करके वो प्रशंसा के पात्र भी हैं। आप जी का जन्म 13 जनवरी 1945 ईस्वी नूं पिंड पत्तड़ कलां जिला जलंधर विखे होया। आप पंजाब पंजाबियत अते माँ बोली पंजाबी के सच्चे पहरेदार हैं। आप जी की शायरी विचों कविता के बहुत सारे रंगां ने पाठकां नूं अपने रंगां विच रंगिया है। आप जी नूं पंजाब नाल बहुत प्यार है ਅਤੇ ਉਹ ਚੱਲ ਰਹੇ ਮਾੜੇ ਦੌਰ ਵਿੱਚੋਂ ਨਿਕਲਣ ਲਈ ਇਸ ਦੀ ਨਜ਼ਰ ਉਤਾਰਨ ਦੀ ਗੱਲ ਕਰਦੇ ਹਨ ਅਤੇ ਆਖਦੇ ਹਨ ਕਿ ਅੱਜ ਲੱਗੀ ਨਜ਼ਰ ਪੰਜਾਬ ਨੂੰ, ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿੱਚ ਸਾੜੋ, ਅੱਜ ਲੱਗੀ ਨਜ਼ਰ ਪੰਜਾਬ ਨੂੰ, ਇਹਦੀ ਨਜ਼ਰ ਉਤਾਰੋ। ਆਪ ਜੀ ਦੀ ਸੱਚਾਈ ਪ੍ਰਤੀ ਇਹ ਵਿਚਾਰਧਾਰਾ ਹੈ ਕਿ ਇੱਕ ਸੱਚ ਦਾ ਸਾਥ ਦੇਣ ਵਾਲਾ ਕੋਈ ਵੀ ਨਹੀਂ ਹੁੰਦਾ ਅਤੇ ਸੱਚਾ ਵਿਅਕਤੀ ਹਮੇਸ਼ਾ ਹੀ ਇਕੱਲਾ ਰਹਿ ਜਾਂਦਾ ਹੈ ਅਤੇ ਇਸ ਲਈ ਆਪ ਜੀ ਨੇ ਲਿਖਿਆ ਹੈ, ਇੰਨਾ ਸੱਚ ਨਾ ਬੋਲ ਕਿ ਇਕੱਲਾ ਰਹਿ ਜਾਵੇਂ, ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ। ਇੱਕ ਥਾਂ ਤੇ ਸੱਚਾਈ ਅਤੇ ਇਕੱਲਤਾ ਬਾਰੇ ਹੈਰਾਨ ਹੁੰਦਿਆਂ ਉਹ ਇਹ ਵੀ ਲਿਖਦੇ ਹਨ ਕਿ ਸੋਚਣ ਵਾਲੀ ਅਸਲੀ ਗੱਲ ਤਾਂ ਇਹ ਹੈ ਮੇਰੇ ਮੱਲਾ, ਕਿਉਂ ਸੱਚ ਬੋਲਣ ਵਾਲਾ ਇੱਥੇ ਰਹਿ ਜਾਂਦਾ ਹੈ ਇਕੱਲਾ। ਆਪ ਭੀੜ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਅਤੇ ਆਪਣਾ ਰਸਤਾ ਆਪ ਬਣਾਉਣ ਦੀ ਵੀ ਗੱਲ ਆਖਦੇ ਹਨ ਅਤੇ ਕਹਿੰਦੇ ਹਨ ਕਿ ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤੇ ਰਾਹ ਬਣਦੇ। ਆਪਣੇ ਦੇਸ਼ ਦੇ ਸਿਸਟਮ ਤੋਂ ਨਾਖੁਸ਼ ਅਤੇ ਅੱਕੇ ਸਾਡੇ ਪੰਜਾਬੀ ਨੌਜਵਾਨਾਂ ਦੇ ਵਿਦੇਸ਼ਾਂ ਪ੍ਰਤੀ ਵੱਧ ਰਹੇ ਦਿਨ ਪ੍ਰਤੀ ਦਿਨ ਦੇ ਰੁਝਾਨ ਬਾਰੇ ਉਹ ਉਦਾਸ ਨੌਜਵਾਨਾਂ ਦੀ ਆਵਾਜ਼ ਬਣ ਕੇ ਲਿਖਦੇ ਹਨ ਕਿ ਪੰਛੀ ਤਾਂ ਉੱਡ ਗਏ ਨੇ, ਰੁੱਖ ਵੀ ਸਲਾਹਾਂ ਕਰਨ, ਚਲੋ ਇੱਥੋਂ ਚਲੀਏ। ਘਰ ਘਰ ਪੁੱਤ ਕਹਿਣ ਛੱਡ ਬਾਪੂ ਹੁਣ ਕੀ ਹੈ, ਰੱਖਿਆ ਜ਼ਮੀਨ ਵਿੱਚ ਵੇਚ ਕੇ ਸਿਹਾੜ ਚਾਰ, ਕਰਕੇ ਜੁਗਾੜ ਕੋਈ, ਚਲੋ ਇੱਥੋਂ ਚੱਲੀਏ। ਉਹ ਔਖੇ ਸਮੇਂ ਦੇ ਹਾਲਾਤਾਂ ਨੂੰ ਬੜੀ ਸੰਜੀਦਗੀ ਨਾਲ ਚਿੱਤਰਦੇ ਹਨ ਅਤੇ ਆਪਣੀ ਕਲਮ ਨੂੰ ਲੋਕਾਂ ਦੀ ਆਵਾਜ਼ ਦੇ ਕੇ ਕਹਿੰਦੇ ਹਨ ਕਿ ਕੁਝ ਕਿਹਾ ਤਾਂ ਹਨੇਰਾ ਜ਼ਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਤੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ। ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ, ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ, ਕੋਈ ਦੀਵਾ ਜਗੇਗਾ ਮੇਰੀ ਕਬਰ 'ਤੇ ਜੇ ਹਵਾ ਇਹ ਰਹੀ, ਕਬਰਾਂ ਉੱਤੇ ਤਾਂ ਕੀ ਸਭ ਘਰਾਂ 'ਚ ਹੀ ਦੀਵੇ ਬੁਝੇ ਰਹਿਣਗੇ, ਕੁਝ ਕਿਹਾ ਤਾਂ ਹਨੇਰਾ ਜ਼ਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਮਾਂ ਬੋਲੀ ਦੇ ਇਸ ਪਹਿਰੇਦਾਰ ਨੂੰ ਉਦੋਂ ਬਹੁਤ ਹੀ ਦੁੱਖ ਪਹੁੰਚਦਾ ਹੈ ਜਦੋਂ ਆਪਣੇ ਹੀ ਦੇਸ਼ ਵਿੱਚ ਆਪਣੀ ਹੀ ਮਾਂ ਬੋਲੀ ਉੱਤੇ ਜੁਰਮਾਨਾ ਕੀਤਾ ਜਾਂਦਾ ਹੈ ਅਤੇ ਉਹ ਜਜ਼ਬਾਤੀ ਹੋ ਕੇ ਲਿਖਦੇ ਹਨ ਕਿ ਸਭ ਚੀਂ ਚੀਂ ਕਰਦੀਆਂ ਚਿੜੀਆਂ ਦਾ, ਸਭ ਕਲ ਕਲ ਕਰਦੀਆਂ ਨਦੀਆਂ ਦਾ, ਸਭ ਛਾਂ ਛਾਂ ਕਰਦੇ ਬਿਰਖਾਂ ਦਾ ਆਪਣਾ ਹੀ ਤਰਾਨਾ ਹੁੰਦਾ ਹੈ। ਮੈਂ ਸੁਣਿਆ ਹੈ ਇਸ ਧਰਤੀ 'ਤੇ ਇੱਕ ਅਜਿਹਾ ਵੀ ਦੇਸ਼ ਹੈ ਜਿਸ ਅੰਦਰ ਬੱਚੇ ਜੇ ਆਪਣੀ ਮਾਂ ਬੋਲੀ ਬੋਲਣ ਤਾਂ ਜੁਰਮਾਨਾ ਹੁੰਦਾ ਹੈ। ਸੋ ਪਿਆਰੇ ਵਿਦਿਆਰਥੀਓ, ਆਓ 9ਵੀਂ ਜਮਾਤ ਵਿੱਚ ਸ਼ਾਮਲ ਸੁਰਜੀਤ ਪਾਤਰ ਜੀ ਦੀ ਕਵਿਤਾ ਕੱਚ ਦਾ ਗਲਾਸ ਦਾ ਗਾਇਨ ਕਰੀਏ ਅਤੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਤੇ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਕਵਿਤਾ ਬਹੁਤ ਪਸੰਦ ਆਏਗੀ। ਸੋ ਇਹਦੇ ਸਰਲ ਅਰਥ ਕਰਨ ਤੋਂ ਪਹਿਲਾਂ ਆਓ ਇਸ ਨੂੰ ਗਾਈਏ ਅਤੇ ਇਸ ਦਾ ਅਭਿਆਸ ਕਰੀਏ। ਅੱਜ ਮੇਰੇ ਹੱਥੋਂ ਕੱਚ ਦਾ ਗਲਾਸ ਟੁੱਟਿਆ ਤੇ ਮੈਨੂੰ ਅਮੜੀ ਨੇ, ਉਹ ਮੈਨੂੰ ਅਮੜੀ ਨੇ ਦਿੱਤੀਆਂ ਨੇ ਲੱਖ ਝੇੜਕਾਂ ਤੇ ਮੇਰੇ ਨੈਣਾ ਵਿੱਚੋਂ, ਹੋ ਮੇਰੇ ਨੈਣਾ ਵਿੱਚੋਂ ਛਮ ਛਮ ਨੀਰ ਫੁੱਟਿਆ ਤੇ ਮੇਰੇ ਨੈਣਾ ਵਿੱਚੋਂ, ਮੇਰੀ ਅੰਮੀਏ ਨੀ ਮੈਨੂੰ ਇੱਕ ਗੱਲ ਦੱਸਦੇ ਨੀ, ਲੋਕੀ ਦਿਲ ਤੋੜ ਦਿੰਦੇ ਨੇ ਤੇ ਕਿੱਦਾਂ ਹੱਸਦੇ। ਮੇਰੀ ਅੰਮੀਏ ਨੀ ਮੈਨੂੰ ਇੱਕ ਗੱਲ ਦੱਸਦੇ ਨੀ, ਲੋਕੀ ਦਿਲ ਤੋੜ ਦਿੰਦੇ ਨੇ ਤੇ ਕਿੱਦਾਂ ਹੱਸਦੇ। ਇਹੋ ਜਿਹੇ ਗਿਲਾਸ ਨੀ ਮਾਏ ਵਿਕਦੇ ਲੱਖ ਬਜ਼ਾਰੀ, ਦਿਲ ਨਾ ਮਿਲਦੇ ਬਲਖ ਬੁਖਾਰੇ,
ਲੱਖੀਆਂ ਤੇ ਹਜ਼ਾਰੀ। ਕਿਰ ਜਾਂਦੇ ਨੈਣਾ ਦੇ ਮੋਤੀ ਮਾਏ ਝਿੜਕ ਨਾ ਮਾਰੀ ਨੀ। ਅੱਜ ਮੇਰੇ ਹੱਥੋਂ ਕੱਚ ਦਾ ਗਲਾਸ ਟੁੱਟਿਆ ਤੇ ਮੈਨੂੰ ਅਮੜੀ ਨੇ ਉਹ ਮੈਨੂੰ ਅਮੜੀ ਨੇ ਦਿੱਤੀਆਂ ਨੇ ਲੱਖ ਝਿੜਕਾਂ ਤੇ ਮੇਰੇ ਨੈਣਾ ਵਿੱਚੋਂ ਉਹ ਮੇਰੇ ਨੈਣਾ ਵਿੱਚੋਂ ਛਮ ਛਮ ਨੀਰ ਫੁੱਟਿਆ ਤੇ ਮੇਰੇ ਨੈਣਾ ਵਿੱਚੋਂ ਸ਼ੀਸ਼ਾ ਟੁੱਟੇ ਤਾਂ ਰਾਹਾਂ ਵਿੱਚ ਕੱਚ ਦੇ ਟੁਕੜੇ ਚਮਕਣ। ਦਿਲ ਟੁੱਟੇ ਤਾਂ ਚੋਰੀ ਚੋਰੀ ਅੱਖੀਓਂ ਅਥਰੂ ਬਰਸਣ। ਰੜਕਣ ਨਾ ਲੋਕਾਂ ਦੇ ਪੈਰੀ ਆਪਣੇ ਹੀ ਸੀਨੇ ਕਸਕਣ ਨੀ। ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤਾਂ ਮੈਨੂੰ ਅਮੜੀ ਨੇ ਉਹ ਮੈਨੂੰ ਅਮੜੀ ਨੇ ਦਿੱਤੀਆਂ ਨੇ ਲੱਖ ਝਿੜਕਾਂ ਤੇ ਮੇਰੇ ਨੈਣਾ ਵਿੱਚੋਂ ਤੇ ਮੇਰੇ ਨੈਣਾ ਵਿੱਚੋਂ ਛਮ ਛਮ ਨੀਰ ਫੁੱਟਿਆ ਤੇ ਮੇਰੇ ਨੈਣਾ ਵਿੱਚੋਂ ਸਸਤੀਆਂ ਇੱਥੇ ਬਹੁਤ ਜ਼ਮੀਰਾਂ ਮਹਿੰਗੀਆਂ ਬਹੁਤ ਜ਼ਮੀਨਾਂ। ਮਹਿੰਗਾ ਰਾਣੀ ਹਾਰ ਤੇ ਸਸਤਾ ਸਦਰਾਂ ਭਰਿਆ ਸੀਨਾ। ਦਿਲ ਦਾ ਨਿਗਨਾ ਮੰਗੇ ਕੋਈ ਸਭ ਮੰਗਦੇ ਪਸ਼ਮੀਨਾ ਨੀ। ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤਾਂ ਮੈਨੂੰ ਅਮੜੀ ਨੇ ਦਿੱਤੀਆਂ ਨੇ ਲੱਖ ਝਿੜਕਾਂ ਤੇ ਮੇਰੇ ਨੈਣਾ ਵਿੱਚੋਂ ਮਾਏ ਨੀ ਸੁਣ ਮੇਰੀ ਮਾਏ ਕਰਮ ਇਨਾ ਹੀ ਕਰਦੇ। ਨਾ ਦੇ ਨੀ ਸੋਨੇ ਦਾ ਟਿੱਕਾ ਸਿਰ ਉੱਤੇ ਹੱਥ ਧਰਦੇ। ਮਾਏ ਨੀ ਕੁਝ ਹੋਰ ਨਾ ਮੰਗਾ ਰਾਂਝਾ ਮੈਨੂੰ ਵਰ ਦੇ ਨੀ। ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤਾਂ ਮੈਨੂੰ ਅਮੜੀ ਨੇ ਦਿੱਤੀਆਂ ਨੇ ਲੱਖ ਝਿੜਕਾਂ ਤੇ ਮੇਰੇ ਨੈਣਾ ਵਿੱਚੋਂ ਮੇਰੇ ਨੈਣਾ ਵਿੱਚੋਂ ਛਮ ਛਮ ਨੀਰ ਫੁੱਟਿਆ ਤਾਂ ਮੇਰੇ ਨੈਣਾ ਵਿੱਚੋਂ ਉਹ ਅੱਜ ਮੇਰੇ ਹੱਥੋਂ ਕੱਚ ਦਾ ਗਲਾਸ ਟੁੱਟਿਆ ਤਾਂ ਮੈਨੂੰ ਅਮੜੀ ਨੇ ਉਹ ਮੈਨੂੰ ਅਮੜੀ ਨੇ। ਸੋ ਪਿਆਰੇ ਬੱਚਿਓ, ਕਵਿਤਾ ਗਾਇਨ ਤੋਂ ਬਾਅਦ ਆਓ ਇਸ ਕਵਿਤਾ ਦੇ ਪ੍ਰਸੰਗ ਸਹਿਤ ਵਿਆਖਿਆ ਸੰਬੰਧੀ ਗੱਲਬਾਤ ਕਰੀਏ। ਸੋ ਇਸ ਦਾ ਬੇਟਾ ਜਿਹੜਾ ਪ੍ਰਸੰਗ ਹੈ ਉਸ ਤਰ੍ਹਾਂ ਲਿਖਣਾ ਹੈ ਕਿ ਇਹ ਕਾਵਿ ਟੋਟਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਮਾਲਾ 9 ਵਿੱਚ ਦਰਜ ਕਵਿਤਾ ਕੱਚ ਦਾ ਗਲਾਸ ਵਿੱਚੋਂ ਲਿਆ ਗਿਆ ਹੈ ਅਤੇ ਇਸ ਦੇ ਲੇਖਕ ਦਾ ਨਾਂ ਸੁਰਜੀਤ ਪਾਤਰ ਹੈ। ਇਸ ਵਿੱਚ ਕਵੀ ਨੇ ਇੱਕ ਨੌਜਵਾਨ ਮੁਟਿਆਰ ਦੇ ਦਿਲੀ ਭਾਵਾਂ ਨੂੰ ਕਰੁਣਾਮਈ ਹਾਲਤ ਵਿੱਚ ਪੇਸ਼ ਕੀਤਾ ਹੈ, ਜਿਸ ਵਿੱਚ ਉਸ ਦੇ ਮਨ ਚਾਹੇ ਵਰ ਨੂੰ ਉਸ ਦੇ ਮਾਪਿਆਂ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਜਾਂਦੀ। ਸੋ ਕਵੀ ਲਿਖਦਾ ਹੈ ਕਿ ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤੇ ਮੈਨੂੰ ਅਮੜੀ ਨੇ ਦਿੱਤੀਆਂ ਇਹ ਲੱਖ ਝਿੜਕਾਂ ਤੇ ਮੇਰੇ ਨੈਣਾ ਵਿੱਚੋਂ ਛਮ ਛਮ ਨੀਰ ਫੁੱਟਿਆ ਤੇ ਮੇਰੇ ਨੈਣਾ ਵਿੱਚੋਂ। ਸੋ ਕਵੀ ਲਿਖਦਾ ਹੈ ਕਿ ਉਹ ਨੌਜਵਾਨ ਮੁਟਿਆਰ ਆਪਣੇ ਭਾਵਾਂ ਨੂੰ ਵਿਅਕਤ ਕਰਦੀ ਹੋਈ ਕਹਿੰਦੀ ਹੈ ਕਿ ਜਦੋਂ ਉਸਦੇ ਹੱਥ ਵਿੱਚੋਂ ਇੱਕ ਕੱਚ ਦਾ ਗਲਾਸ, ਇੱਕ ਨਿਮਾਣੀ ਜਿਹੀ ਚੀਜ਼ ਡਿੱਗ ਕੇ ਟੁੱਟ ਜਾਂਦੀ ਹੈ ਤਾਂ ਉਸਦੀ ਅਮੜੀ, ਉਸਦੀ ਮਾਂ ਉਸ ਨੂੰ ਲੱਖਾਂ ਹੀ ਝਿੜਕਾਂ ਦਿੰਦੀ ਹੈ ਅਤੇ ਉਹਦੇ ਨੈਣਾ ਵਿੱਚੋਂ, ਉਹਦੀਆਂ ਅੱਖਾਂ ਵਿੱਚੋਂ ਜਿਹੜੇ ਅਥਰੂ ਹੈ ਉਹ ਛਮ ਛਮ ਕਰਕੇ ਵਗ ਤੁਰਦੇ ਹਨ। ਮੇਰੀ ਅੰਮੀਏ ਨੀ ਮੈਨੂੰ ਇੱਕ ਗੱਲ ਦੱਸ ਦੇ, ਲੋਕੀ ਦਿਲ ਤੋੜ ਦਿੰਦੇ ਨੇ ਤੇ ਕਿੱਦਾਂ ਹੱਸਦੇ। ਸੋ ਮੁਟਿਆਰ ਕਹਿੰਦੀ ਹੈ ਕਿ ਆਪਣੀ ਮਾਂ ਨੂੰ ਸੰਬੋਧਨ ਕਰਦੀ ਹੈ ਕਿ ਹੇ ਮੇਰੀ ਮਾਏ, ਤੂੰ ਮੈਨੂੰ ਇੱਕ ਗੱਲ ਸਮਝਾ ਦੇ ਕਿ ਜਿਹੜੇ ਲੋਕ ਹੈ ਉਹ ਕਿਸੇ ਦਾ ਦਿਲ ਟੁੱਟਣ 'ਤੇ ਇੰਜ ਕਿਉਂ ਹੱਸਦੇ ਹਨ। ਇਹੋ ਜਿਹੇ ਗਲਾਸ ਨੀ ਮਾਏ ਵਿਕਦੇ ਲੱਖ ਬਜ਼ਾਰੀ, ਦਿਲ ਨਾ ਮਿਲਦੇ ਬਲਖ ਬੁਖਾਰੇ ਲੱਖੀਆਂ ਤੇ ਹਜ਼ਾਰੀ। ਕਿਰ ਜਾਣਦੇ ਨੈਣਾ ਦੇ ਮੋਤੀ ਮਾਏ ਝਿੜਕ ਨਾ ਮਾਰੀ, ਮੇਰੇ ਨੈਣਾ ਵਿੱਚੋਂ ਛਮ ਛਮ ਨੀਰ ਫੁੱਟਿਆ। ਸੋ ਨੌਜਵਾਨ ਮੁਟਿਆਰ ਇਹ ਆਖਦੀ ਹੈ ਕਿ ਇਹ ਮੇਰੀ ਮਾਏ, ਇਹੋ ਜਿਹੇ ਗਲਾਸ ਬਾਜ਼ਾਰਾਂ ਵਿੱਚ ਅਨੇਕਾਂ ਹੀ ਮਿਲ ਜਾਂਦੇ ਹੈ, ਲੱਖਾਂ ਹੀ ਮਿਲ ਜਾਂਦੇ ਹੈ, ਪਰ ਜਿਹੜੇ ਦਿਲ ਹੈ ਇਹ ਬਲਖ ਬੁਖਾਰੇ ਵਰਗੇ ਸ਼ਹਿਰਾਂ ਵਿੱਚ ਵੀ ਲੱਖਾਂ ਅਤੇ ਹਜ਼ਾਰਾਂ ਰੁਪਈਏ ਖਰਚ ਕੇ ਵੀ ਨਹੀਂ ਮਿਲਦੇ। ਅਤੇ ਇਸ ਕਰਕੇ ਤੂੰ
ਮੈਨੂੰ ਇੰਨਾ ਨਾ ਝਿੜਕ, ਨਹੀਂ ਤਾਂ ਮੇਰੇ ਜਿਹੜੇ ਅੱਖਾਂ ਵਿੱਚੋਂ ਹੈ ਜਿਹੜੇ ਬਹੁਤ ਕੀਮਤੀ ਮੋਤੀ ਹੈ ਉਹ ਕਿਰ ਜਾਣੇ ਹੈ, ਉਹ ਡਿੱਗ ਜਾਣੇ ਹੈ। ਅਤੇ ਫਿਰ ਮੁਟਿਆਰ ਕਹਿੰਦੀ ਹੈ ਕਿ ਅੱਜ ਮੇਰੇ ਹੱਥ ਵਿੱਚੋਂ ਕੱਚ ਦਾ ਗਲਾਸ ਟੁੱਟਣ 'ਤੇ ਮੇਰੀ ਮਾਂ ਨੇ ਮੈਨੂੰ ਲੱਖਾਂ ਹੀ ਝਿੜਕਾਂ ਦਿੱਤੀਆਂ। ਸ਼ੀਸ਼ਾ ਟੁੱਟੇ ਤਾਂ ਰਾਹਾਂ ਵਿੱਚ ਕੱਚ ਦੇ ਟੁਕੜੇ ਚਮਕਣ, ਦਿਲ ਟੁੱਟੇ ਤਾਂ ਚੋਰੀ ਚੋਰੀ ਅੱਖੀਓਂ ਅਥਰੂ ਬਰਸਣ, ਰੜਕਣ ਨਾ ਲੋਕਾਂ ਦੇ ਪੈਰੀਂ ਆਪਣੇ ਹੀ ਸੀਨੇ ਕਸਕਣ। ਸੋ ਕਵੀ ਨੌਜਵਾਨ ਮੁਟਿਆਰ ਰਾਹੀਂ ਆਪਣੇ ਭਾਵਾਂ ਨੂੰ ਵਿਅਕਤ ਕਰਦਾ ਹੋਇਆ ਲਿਖਦਾ ਹੈ ਕਿ ਸ਼ੀਸ਼ਾ ਜਦੋਂ ਟੁੱਟ ਜਾਂਦਾ ਹੈ ਤਾਂ ਉਸ ਦੇ ਟੁਕੜੇ ਰਸਤਿਆਂ ਵਿੱਚ ਚਮਕਣੇ ਦਿਖਾਈ ਦਿੰਦੇ ਹਨ ਜਾਂ ਚਮਕਣ ਲੱਗ ਪੈਂਦੇ ਹਨ। ਅਗਰ ਦਿਲ ਟੁੱਟਦਾ ਹੈ ਜਾਂ ਕਿਸੇ ਦਾ ਦਿਲ ਟੁੱਟਦਾ ਹੈ ਤਾਂ ਉਹ ਉਸ ਦੇ ਜਿਹੜੇ ਅਥਰੂ ਹੈ ਉਹ ਚੋਰੀ ਚੋਰੀ ਅੱਖਾਂ ਵਿੱਚੋਂ ਨਿਕਲਦੇ ਹਨ। ਰੜਕਣ ਨਾ ਲੋਕਾਂ ਦੇ ਪੈਰੀਂ ਆਪਣੇ ਹੀ ਸੀਨੇ ਕਸਕਣ, ਅਤੇ ਉਹ ਦਿਲ ਦੇ ਟੁਕੜੇ ਜਿਹੜੇ ਹੈ ਜਾਂ ਦਿਲ ਦਾ ਟੁੱਟਣਾ ਜਿਹੜਾ ਹੈ ਜਾਂ ਉਹਦੇ ਟੁਕੜੇ ਹੈ ਉਹ ਲੋਕਾਂ ਦੇ ਪੈਰੀਂ ਨਹੀਂ ਰੜਕਦੇ ਅਤੇ ਉਹਦੇ ਆਪਣੇ ਹੀ ਸੀਨੇ ਵਿੱਚ ਕਸਕਦੇ ਹਨ, ਉਹਦੇ ਆਪਣੇ ਹੀ ਸੀਨੇ ਵਿੱਚ ਤੜਫਦੇ ਹਨ। ਸੋ ਇਸ ਤਰ੍ਹਾਂ ਮੇਰੇ ਕੋਲੋਂ ਇੱਕ ਕੱਚ ਦਾ ਗਲਾਸ ਟੁੱਟਣ 'ਤੇ ਮੇਰੀ ਮਾਂ ਨੇ ਮੈਨੂੰ ਲੱਖਾਂ ਹੀ ਝਿੜਕਾਂ ਦਿੱਤੀਆਂ। ਸਸਤੀਆਂ ਇੱਥੇ ਬਹੁਤ ਜ਼ਮੀਰਾਂ, ਮਹਿੰਗੀਆਂ ਬਹੁਤ ਜ਼ਮੀਨਾਂ। ਸੋ ਬੇਟੇ ਤੁਹਾਡੀ ਜਿਹੜੀ ਪੰਜਾਬੀ ਦੀ ਕਿਤਾਬ ਹੈ ਉਹਦੇ ਵਿੱਚ ਦੋਵੇਂ ਥਾਂ 'ਤੇ ਇੱਥੇ ਵੀ ਜ਼ਮੀਨਾਂ ਹੀ ਲਿਖ ਦਿੱਤਾ ਹੈ। ਸੋ ਇਹਨੂੰ ਜ਼ਮੀਰਾਂ ਕਰ ਲੈਣਾ, ਠੀਕ ਕਰ ਲੈਣਾ। ਸੋ ਸਸਤੀਆਂ ਇੱਥੇ ਬਹੁਤ ਜ਼ਮੀਰਾਂ, ਮਹਿੰਗੀਆਂ ਬਹੁਤ ਜ਼ਮੀਨਾਂ, ਮਹਿੰਗਾ ਰਾਣੀ ਹਾਰ ਅਤੇ ਸਸਤਾ ਸੱਧਰਾਂ ਭਰਿਆ ਸੀਨਾ, ਦਿਲ ਦਾ ਨਿੱਘ ਨਾ ਮੰਗੇ ਕੋਈ, ਸਭ ਮੰਗਦੇ ਪਸ਼ਮੀਨਾ, ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਅਤੇ ਮੈਨੂੰ ਅੰਬੜੀ ਨੇ। ਸੋ ਇੱਥੇ ਕਵੀ ਨੌਜਵਾਨ ਮੁਟਿਆਰ ਦੀ ਆਵਾਜ਼ ਬਣ ਕੇ ਕਹਿੰਦਾ ਹੈ ਕਿ ਇਸ ਸੰਸਾਰ ਵਿੱਚ ਜ਼ਮੀਰਾਂ, ਬੰਦੇ ਦੀਆਂ ਜਿਹੜੀਆਂ ਜ਼ਮੀਰਾਂ ਉਹ ਬਹੁਤ ਸਸਤੀਆਂ ਹੋ ਗਈਆਂ ਹਨ ਅਤੇ ਜਿਹੜੀਆਂ ਜ਼ਮੀਨਾਂ ਹੈ ਉਹ ਬਹੁਤ ਮਹਿੰਗੀਆਂ ਹੋ ਗਈਆਂ ਹਨ। ਇੱਥੇ ਰਾਣੀ ਹਾਰ, ਗਲ ਵਿੱਚ ਪਹਿਨਣ ਵਾਲਾ ਰਾਣੀ ਹਾਰ ਬਹੁਤ ਮਹਿੰਗਾ ਹੈ। ਸੋ ਇੱਥੇ ਰਾਣੀ ਹਾਰ ਜਿਹੜਾ ਹੈ ਬਾਜ਼ਾਰ ਵਿੱਚੋਂ ਬਹੁਤ ਮਹਿੰਗਾ ਮਿਲਦਾ ਹੈ, ਪਰ ਜਿਹੜਾ ਸਤਨਾ ਭਰਿਆ ਸੀਨਾ ਹੈ, ਚਾਵਾਂ ਭਰਿਆ ਸੀਨਾ ਹੈ, ਉਹ ਬਹੁਤ ਸਸਤਾ ਹੈ। ਅਤੇ ਇੱਥੇ ਕੋਈ ਵੀ ਦਿਲ ਦਾ ਨਿੱਘ ਨਹੀਂ ਮੰਗਦਾ ਅਤੇ ਸਾਰੇ ਸਰੀਰਕ ਗਰਮੀ ਲਈ ਮਹਿੰਗੀ ਉਂਗ ਦੀ ਜਿਹੜੀ ਪਸ਼ਮੀਨਾ ਹੈ ਉਹ ਮੰਗਦੇ ਹਨ। ਜਿਸ ਤਰ੍ਹਾਂ ਮੁਟਿਆਰ ਕਹਿੰਦੀ ਹੈ ਕਿ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਣ 'ਤੇ ਮੇਰੀ ਅੰਬੜੀ ਨੇ ਮੈਨੂੰ ਲੱਖ ਲੱਖ ਝਿੜਕਾਂ ਮਾਰੀਆਂ। ਸੋ ਲਾਸਟ ਪੈਰੇ ਵਿੱਚ ਕਵੀ ਆਖਦਾ ਹੈ ਕਿ ਮਾਏ ਨੀ ਸੁਣ ਮੇਰੀ ਮਾਏ, ਕਰਮ ਇੰਨਾ ਹੀ ਕਰਦੇ, ਨਾ ਦੇ ਨੀ ਸੋਨੇ ਦਾ ਟਿੱਕਾ, ਸਿਰ ਉੱਤੇ ਹੱਥ ਧਰਦੇ, ਮਾਏ ਨੀ ਕੁਝ ਹੋਰ ਨਾ ਮੰਗਾ, ਰਾਂਝਾ ਮੈਨੂੰ ਵਰਦੇ, ਨਹੀਂ ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਅਤੇ ਮੈਨੂੰ ਅੰਬੜੀ ਨੇ। ਸੋ ਨੌਜਵਾਨ ਮੁਟਿਆਰ ਆਪਣੀ ਮਾਂ ਦੇ ਅੱਗੇ ਆਪਣੇ ਜਜ਼ਬਾਤਾਂ ਨੂੰ ਪ੍ਰਗਟ ਕਰਦੀ ਹੋਈ ਆਖਦੀ ਹੈ ਕਿ ਹੇ ਮੇਰੀ ਮਾਏ, ਮੇਰੀ ਗੱਲ ਨੂੰ ਇੱਕ ਵਾਰੀ ਸੁਣ ਲੈ ਅਤੇ ਮੇਰੇ 'ਤੇ ਇੰਨੀ ਕੁ ਰਹਿਮ ਕਰ ਦੇ, ਇੰਨਾ ਕੁ ਮੇਰੇ 'ਤੇ ਤਰਸ ਕਰ ਲੈ, ਅਤੇ ਮੈਂ ਤੇਰੇ ਕੋਲ ਹੋਰ ਕੁਝ ਨਹੀਂ ਮੰਗਦੀ, ਕੋਈ ਸੋਨੇ ਜਾਂ ਚਾਂਦੀ ਦੇ ਗਹਿਣੇ ਨਹੀਂ ਮੰਗਦੀ, ਪਰ ਮੇਰੇ ਸਿਰ ਉੱਤੇ ਆਪਣਾ ਆਸ਼ੀਰਵਾਦ ਭਰਿਆ ਹੱਥ ਰੱਖ ਦੇ ਅਤੇ ਮੈਂ ਹੋਰ ਕੁਝ ਵੀ ਨਹੀਂ ਮੰਗਦੀ। ਮੈਂ ਕਿਸੇ ਵੀ ਤਰ੍ਹਾਂ ਦੀ ਕੋਈ ਸੋਨਾ ਚਾਂਦੀ ਹੀਰੇ ਜਵਾਹਰਤ ਨਹੀਂ ਮੰਗਦੀ, ਅਤੇ ਮੈਂ ਸਿਰਫ ਤੇਰੇ ਕੋਲੋਂ ਆਪਣਾ ਮਨ ਚਾਹਿਆ ਵਰ ਹੀ ਮੰਗਦੀ ਹਾਂ ਅਤੇ ਉਹ ਤੂੰ ਮੈਨੂੰ ਦੇ ਦੇ, ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਅਤੇ ਮੇਰੀ ਅੰਬੜੀ ਨੇ। ਸੋ ਕਵੀ ਆਖਦਾ ਹੈ ਕਿ ਨੌਜਵਾਨ ਜਿਹੜੀ ਲੜਕੀ ਹੈ ਜਾਂ ਮੁਟਿਆਰ ਹੈ ਉਹ ਕਹਿੰਦੀ ਹੈ ਕਿ ਮੇਰੇ ਕੋਲੋਂ ਜਦੋਂ ਕੱਚ ਦਾ ਗਲਾਸ ਟੁੱਟ ਜਾਂਦਾ ਹੈ ਅਤੇ ਮੇਰੀ ਜਿਹੜੀ ਮਾਂ ਹੈ ਉਹ ਮੈਨੂੰ ਲੱਖਾਂ ਹੀ ਝਿੜਕਾਂ ਦਿੰਦੀ ਹੈ, ਜਦ ਕਿ ਦਿਲ ਟੁੱਟਣ 'ਤੇ ਕੋਈ ਵੀ ਉਸਦੇ ਜਜ਼ਬਾਤਾਂ ਨੂੰ ਨਹੀਂ ਸਮਝਦਾ ਅਤੇ ਉਸ ਨੂੰ ਉਹਦਾ ਮਨ ਚਾਹੇ ਵਰ ਜਿਹੜਾ ਹੈ ਉਹ ਨਹੀਂ ਪ੍ਰਾਪਤ ਹੁੰਦਾ। ਸੋ ਪਿਆਰੇ ਬੱਚਿਓ, ਪ੍ਰਸੰਗ ਸਾਹਿਤ ਵਿਆਖਿਆ ਤੋਂ ਬਾਅਦ ਆਓ ਇਸ ਦੇ ਅਭਿਆਸੀ ਪ੍ਰਸ਼ਨ ਉੱਤਰ ਕਰੀਏ। ਸੋ ਇਸ ਦਾ ਪਹਿਲਾ ਪ੍ਰਸ਼ਨ ਹੈ, ਪਹਿਲਾ ਪ੍ਰਸ਼ਨ ਹੈ ਕਿ ਕੱਚ ਦਾ ਗਲਾਸ ਟੁੱਟਣ 'ਤੇ ਅੰਮੀ ਨੇ ਕੀ ਕੀਤਾ? ਕੱਚ ਦਾ ਗਲਾਸ ਟੁੱਟਣ 'ਤੇ
अम्मी ने की कीता। सो इसका उत्तर है कि अज मेरे हथों कच का गिलास टुटिया तो मैनू अमड़ी ने दित्तियां ने लख झिड़कां। सो प्यारे बच्चों, अमड़ी ने कच का गिलास टुटण ते उसनूं लखां ही झिड़कां मारियां। कच का गिलास टुटण ते कच का गिलास टुटण ते अम्मी ने लखां झिड़कां मारियां। लखां झिड़कां मारियां। अगला क्वेश्चन है कि कच का गिलास कविता अनुसार इस संसार में की सस्ता है तो की महंगा। प्रश्न 2, कच का गिलास कविता अनुसार संसार विच की सस्ता है अते की महंगा है। अते की महंगा है। सो इस विच कविता विच जिद्दां कि कवि ने लिखिया है, सस्तियां इत्थे बहुत जमीरां, महंगियां बहुत जमीनां, महंगा राणी हार ते सस्ता सदरा भरिया सीना। सो जमीरां इहदा उत्तर है कविता अनुसार इस संसार विच जमीरां अते सदरां भरे सीने सस्ते हन अते जमीनां अते राणी हार
ਮਹਿੰਗੇ ਹਨ। ਸੋ ਇਸ ਤੋਂ ਬਾਅਦ ਇਸ ਕਵਿਤਾ ਦਾ ਤੀਸਰਾ ਕੁਐਸਚਨ ਹੈ ਕਿ ਕੱਚ ਦਾ ਗਲਾਸ ਕਵਿਤਾ ਵਿੱਚ ਮਾਂ ਤੋਂ ਕੀ ਮੰਗ ਕੀਤੀ ਗਈ ਹੈ। ਸੋ ਕੱਚ ਦਾ ਗਲਾਸ ਕਵਿਤਾ ਵਿੱਚ ਨੌਜਵਾਨ ਮੁਟਿਆਰ ਆਪਣਾ ਮਨ ਚਾਹਿਆ ਵਰ ਦੀ ਮੰਗ ਕਰਦੀ ਹੈ ਜੋ ਕਿ ਉਸ ਨੂੰ ਨਹੀਂ ਮਿਲਦਾ। ਸੋ ਇਸ ਕਵਿਤਾ ਦਾ ਜਿਹੜਾ ਕੇਂਦਰੀ ਭਾਵ ਹੈ ਉਹ ਇਹ ਹੈ ਕਿ ਇੱਕ ਮੁਟਿਆਰ ਨੂੰ ਉਦੋਂ ਬੜਾ ਦੁੱਖ ਹੁੰਦਾ ਹੈ ਜਦੋਂ ਸਮਾਜ ਵਿੱਚ ਉਸ ਨੂੰ ਆਪਣੇ ਪ੍ਰੇਮੀ ਨਾਲ ਵਿਆਹੁਣ ਦੀ ਖੁੱਲ੍ਹ ਨਹੀਂ ਦਿੱਤੀ ਜਾਂਦੀ, ਜਿਸ ਕਰਕੇ ਉਸਦਾ ਜਿਹੜਾ ਦਿਲ ਹੈ ਉਹ ਟੁਕੜੇ ਟੁਕੜੇ ਹੋ ਜਾਂਦਾ ਹੈ ਅਤੇ ਉਹ ਆਪਣੇ ਮਾਪਿਆਂ ਤੋਂ ਸਿਰਫ ਅਤੇ ਸਿਰਫ ਇਹੋ ਹੀ ਮੰਗਦੀ ਹੈ ਕਿ ਉਸ ਨੂੰ ਆਪਣੇ ਮਨ ਚਾਹੇ ਵਰ ਨਾਲ, ਆਪਣੇ ਮਨ ਚਾਹੇ ਪ੍ਰੇਮੀ ਨਾਲ ਵਿਆਹ ਦੇਵੇ। ਸੋ ਇਸ ਦਾ ਇਹ ਛੋਟਾ ਜਿਹਾ ਕੇਂਦਰੀ ਭਾਵ ਹੈ। ਸੋ ਪਿਆਰੇ ਬੱਚਿਓ, ਅਭਿਆਸੀ ਪ੍ਰਸ਼ਨਾਂ ਤੋਂ ਬਾਅਦ ਇਸੇ ਪਾਠ ਨਾਲ ਰਿਲੇਟਡ ਆਓ ਕੁਝ ਇੱਕ ਹੋਰ ਜਿਹੜੇ ਪ੍ਰਸ਼ਨ ਉੱਤਰ ਹੈ ਉਹ ਕਰੀਏ। ਸੋ ਇੱਕ ਕੁਐਸਚਨ ਤੁਹਾਡਾ ਇਹ ਵੀ ਹੋ ਸਕਦਾ ਹੈ, ਕੱਚ ਦਾ ਗਲਾਸ ਕਵਿਤਾ ਹੈ, ਇਸ ਦਾ ਲੇਖਕ ਕੌਣ ਹੈ। ਸੋ ਇਹਦਾ ਲੇਖਕ ਤੁਹਾਨੂੰ ਜਿੱਦਾਂ ਪਤਾ ਹੀ ਹੈ ਕਿ ਪੰਜਾਬ ਦੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਜੀ ਹਨ। तो इसका उत्तर है सुरजीत पात्र। दूसरा क्वेश्चन साडा ये हो सकता है कि कच दा गिलास कविता विच कवि ने एक मुटियार कुड़ी की किस इच्छा नूं पेश किया है। तो इसका उत्तर ये होगा कि इस कविता विच कवि ने मुटियार कुड़ी दे मर्जी दे वर की इच्छा नूं पेश किया है। अगला क्वेश्चन जिहड़ा हैगा वो ये हो सकता कि एक कुड़ी नूं की टुटण ते माँ तो झिड़कां पईआं हन जां मुटियार धी दे हत्थों की टुट गया सी। तो प्यारे बच्चों इसका उत्तर तुहानूं पता ही है कि कच दा गिलास जो सी वो मुटियार लड़की दे हत्थों टुट गया सी। सो इस तो नैक्सट क्वेश्चन जिहड़ा है वो ये हो सकता है कि मुटियार कुड़ी अनुसार कच दा गिलास टुटण ते दुखी होने वाले लोग दिल तोड़ के की करते हैं। सो इस संसार पर जिवें कि सानूं पता ही है कि लोग दिल टुटण ते खुश होंदे हैं। दूसरों का दिल जो टुटता है तो लोग खुश होंदे हैं। दिल टुटण ते अगला जिहड़ा क्वेश्चन है दिल टुटण ते उसके टुकड़े कित्थे रड़कते हैं। तो इसदा उत्तर यह हैगा कि जदों किसी का दिल टुट जाता है वो शीशियां वांग पैरों में वो टुकड़े नहीं रड़कते, सगों उसके जिहड़े टुकड़े है वो अपने ही सीने में रड़कते हैं। कित्थे रड़कते हैं? अपने ही सीने में। सो उस तो अगला 6वां क्वेश्चन ये हो सकता है कि मुटियार कुड़ी अनुसार इत्थे जमीनां तो महंगियां हैं पर सस्ता की है। सस्तियां इत्थे बहुत ज़मीरां, महंगियां बहुत ज़मीनां। सो जिहड़ियां ज़मीरां है इंसान जिहड़ी ज़मीर है उत्थे बहुत सस्ती है तो ज़मीनां बहुत महंगियां हैं। तो उससे सस्ता की हो गया? ज़मीरां। सो उस तो अगला नैक्सट क्वेश्चन मुटियार कुड़ी अनुसार लोग दिल दे निग दी थां की मंगते हैं। सो इत्थे प्यारे बच्चों दिल दा निग नूं कोई नहीं पुछदा ते सगों शरीरक निग वास्ते वो कीमती उन जिहड़ी है पशमीने की मंग करते हैं। कविता के अनुसार वो पशमीना मंगते हैं, एक बहुत ही बेशकीमती उन होंदी है जिन्हों पशमीना कहते हैं। सो लोग दिल का निग नहीं मंगते सगों पशमीना की मंग करते हैं। सो मुटियार कुड़ी अपनी माँ तो की मंगती है? वो अपनी माँ तो कुछ भी कोई सोने या चांदी के गहने नहीं मंगती, वो सिर्फ अपना मनपसंद जिहड़ा वर है वो अपने माँ प्यो तो मंगती है कि वो उन्होंने मन चाहे जिहड़ा वर है वो दे देन। सो प्यारे बच्चों, जेकर तुहानूं मेरी अज दी वीडियो पसंद आई होवे तो इसनूं वध तो वध लाइक करना, सबसक्राइब करना और बैल आइकन ते क्लिक करना है तां जो तुहानूं अगली वीडियो की जिहड़ी नोटिफिकेशन है वो जल्दी तो पहला मिले। और इसनूं वध तो वध शेयर करना, कमेंट करना तां जो वध तो वध लोकां नूं इसदा फायदा हो सके तो वध तो वध विद्यार्थी अध्यापक इसदा लाहा लै सकण।